ਓਮ ਸ਼ਾਂਤੀ। ਅੱਜ 11/6/2023 ਦੀ ਬਾਣੀ ਹੈ। अव्यक्त बाप दादा ਦਾ रिवाइज कोर्स की तारीख 9/1/1995। आज बाप दादा ने टाइटल दिया निश्चय बुद्धि दियां निशानियां, निश्चिंत विजयी ਅਤੇ सदा निश्चिंत स्थिति ਦਾ अनुभव। निश्चय बुद्धि दियां निशानियां, निश्चित विजयी ਅਤੇ सदा निश्चिंत स्थिति ਦਾ अनुभव। आज बाप दादा आखਦੇ ਨੇ, आज ਸਰਵ ਬੱਚਿਆਂ ਦੇ ਰਖਵਾਲੇ ਅਤੇ ਸਿੱਖਿਅਕ ਬਾਪ ਦਾਦਾ ਆਪਣੇ ਸਾਰੇ ਬ੍ਰਾਹਮਣ ਬੱਚਿਆਂ ਦੇ ਫਾਊਂਡੇਸ਼ਨ ਨੂੰ ਵੇਖ ਰਹੇ ਹੈ। ਇਹ ਤਾਂ ਸਾਰੇ ਜਾਣਦੇ ਹੈ ਕਿ ਵਰਤਮਾਨ ਸ੍ਰੇਸ਼ਟ ਜੀਵਨ ਦਾ ਫਾਊਂਡੇਸ਼ਨ ਨਿਸ਼ਚੈ ਹੈ। ਜਿੰਨਾ ਨਿਸ਼ਚੈ ਰੂਪੀ ਫਾਊਂਡੇਸ਼ਨ ਪੱਕਾ ਹੈ, ਉਨਾ ਹੀ ਆਦਿ ਤੋਂ ਹੁਣ ਤੱਕ ਸਹਿਜ ਜੋਗੀ, ਨਿਰਮਲ ਸੁਭਾਵ, ਸ਼ੁਭ ਭਾਵਨਾ ਦੀ ਵ੍ਰਿਤੀ ਅਤੇ ਆਤਮਿਕ ਦ੍ਰਿਸ਼ਟੀ ਸਦਾ ਨੈਚੁਰਲ ਰੂਪ ਵਿੱਚ ਅਨੁਭਵ ਹੁੰਦੀ ਹੈ। ਹਰ ਵੇਲੇ ਚੱਲਣ ਅਤੇ ਚਿਹਰੇ ਤੋਂ ਉਸ ਦੀ ਝਲਕ ਅਨੁਭਵ ਹੁੰਦੀ ਹੈ, ਕਿਉਂਕਿ ਬ੍ਰਾਹਮਣ ਜੀਵਨ ਵਿੱਚ ਸਿਰਫ ਜਾਣਨਾ ਨਹੀਂ ਹੈ ਕਿ ਮੈਂ ਇਹ ਹਾਂ ਅਤੇ ਬਾਪ ਇਹ ਹੈ, ਲੇਕਿਨ ਜਾਣਨ ਦਾ ਅਰਥ ਹੈ ਜੋ ਜਾਣਦੇ ਹੈ ਉਹ ਮੰਨਣਾ ਅਤੇ ਚੱਲਣਾ। ਬਾਪ ਦਾਦਾ ਵੇਖ ਰਹੇ ਹੈ ਕਿ ਜੋ ਵੀ ਬੱਚੇ ਆਪਣੇ ਨੂੰ ਬ੍ਰਾਹਮਣ ਕਹਾਉਂਦੇ ਹੈ, ਉਹ ਸਾਰੇ ਇਹ ਫਲਕ ਨਾਲ ਕਹਿੰਦੇ ਹੈ ਕਿ ਅਸੀਂ ਨਿਸ਼ਚੈ ਬੁੱਧੀ ਹਾਂ। ਤਾਂ ਬਾਪ ਦਾਦਾ ਸਾਰੇ ਨਿਸ਼ਚੈ ਬੁੱਧੀ ਬੱਚਿਆਂ ਨੂੰ ਪੁੱਛਦੇ ਹੈ, ਜਦੋਂ ਤੁਸੀਂ ਸਭ ਕਹਿੰਦੇ ਹੋ ਕਿ ਅਸੀਂ ਨਿਸ਼ਚੈ ਬੁੱਧੀ ਵਿਜੇ ਹਾਂ, ਤਾਂ ਕਦੇ ਵਿਜੇ ਕਦੇ ਹਾਰ ਕਿਉਂ ਹੁੰਦੀ ਹੈ? ਜਦੋਂ ਕਦੇ ਕਦੇ ਥੋੜੀ ਹਲਚਲ ਹੁੰਦੀ ਹੈ ਤਾਂ ਕਿ ਉਸ ਵੇਲੇ ਨਿਸ਼ਚੈ ਖਤਮ ਹੋ ਜਾਂਦਾ ਹੈ। ਜਦ ਨਿਸ਼ਚੈ ਬੁੱਧੀ ਸਦਾ ਹੈ ਤਾਂ ਵਿਜਯੀ ਸਦਾ ਹੈ ਕਿ ਵਿੱਚੋਂ ਦੀ ਕੁਟਕਾ ਅਤੇ ਝੁਟਕਾ ਹੁੰਦਾ ਹੈ। ਨਿਸ਼ਚੈ ਦਾ ਫਾਊਂਡੇਸ਼ਨ ਚਾਰੇ ਪਾਸੇ ਮਜ਼ਬੂਤ ਹੈ, ਜਾਂ ਚਾਰੇ ਪਾਸੇ ਦੀ ਬਜਾਏ ਕਦੇ ਇੱਕ ਪਾਸਾ ਕਦੇ ਦੂਜੇ ਪਾਸੇ ਢਿੱਲਾ ਹੋ ਜਾਂਦਾ ਹੈ। ਕਿਸੇ ਵੀ ਚੀਜ਼ ਨੂੰ ਮਜ਼ਬੂਤ ਕੀਤਾ ਜਾਂਦਾ ਹੈ ਤਾਂ ਚਾਰੇ ਪਾਸੇ ਤੋਂ ਟਾਈਟ ਕੀਤਾ ਜਾਂਦਾ ਹੈ ਨਾ। ਜੇਕਰ ਇੱਕ ਸਾਈਡ ਵੀ ਥੋੜਾ ਜਿਹਾ ਹਲਚਲ ਵਾਲਾ ਹੋਵੇ ਤਾਂ ਹਿੱਲੇਗਾ ਨਾ। ਤਾਂ ਚਾਰੇ ਤਰ੍ਹਾਂ ਦਾ ਨਿਸ਼ਚੈ ਮਤਲਬ ਬਾਪ ਵਿੱਚ, ਖੁਦ ਵਿੱਚ, ਡਰਾਮੇ ਵਿੱਚ ਅਤੇ ਬ੍ਰਾਹਮਣ ਪਰਿਵਾਰ ਵਿੱਚ ਨਿਸ਼ਚੈ। ਇਹ ਚਾਰੇ ਹੀ ਪਾਸੇ ਦੇ ਨਿਸ਼ਚੈ ਨੂੰ ਜਾਣਨਾ ਨਹੀਂ, ਲੇਕਿਨ ਮੰਨ ਕੇ ਚੱਲਣਾ ਹੈ। ਜੇਕਰ ਜਾਣਦੇ ਹੈ ਲੇਕਿਨ ਚੱਲਦੇ ਨਹੀਂ ਹੈ ਤਾਂ ਵਿਜੇ ਡਗਮਗ ਹੁੰਦੀ ਹੈ। ਜਿਸ ਵੇਲੇ ਵਿਜੇ ਹਲਚਲ ਵਿੱਚ ਆਉਂਦੀ ਹੈ ਤਾਂ ਚੈੱਕ ਕਰਨਾ ਕਿ ਚਾਰੋਂ ਪਾਸੇ ਤੋਂ ਕਿਹੜਾ ਪਾਸਾ ਹਲਚਲ ਵਿੱਚ ਹੈ। ਬਾਪ ਦਾਦਾ ਵੇਖਦੇ ਹੈ ਕਿ ਕਈ ਬੱਚਿਆਂ ਨੂੰ ਬਾਪ ਦੇ ਪੂਰਾ ਨਿਸ਼ਚੈ ਹੈ, ਇਸ ਵਿੱਚ ਪਾਸ ਹੈ, ਲੇਕਿਨ ਆਪਣੇ ਆਪ ਵਿੱਚ ਜੋ ਨਿਸ਼ਚੈ ਚਾਹੀਦਾ ਹੈ ਉਸ ਵਿੱਚ ਫਰਕ ਪੈ ਜਾਂਦਾ ਹੈ। ਜਾਣਦੇ ਵੀ ਹੈ, ਕਹਿੰਦੇ ਵੀ ਹੈ ਕਿ ਮੈਂ ਇਹ ਹਾਂ, ਲੇਕਿਨ ਜੋ ਜਾਣਦੇ ਹੈ, ਮੰਨਦੇ ਹੈ, ਉਹ ਸਵਰੂਪ ਵਿੱਚ, ਚਲਨ ਵਿੱਚ, ਕਰਮ ਵਿੱਚ ਹੋਵੇ, ਇਸ ਵਿੱਚ ਵੀ ਫਰਕ ਪੈ ਜਾਂਦਾ ਹੈ। ਇਸ ਪਾਸੇ ਸੋਚਦੇ ਹੈ ਕਿ ਮੈਂ ਮਾਸਟਰ ਸਰਵ ਸ਼ਕਤੀਵਾਨ ਹਾਂ, ਵਿਸ਼ਵ ਕਲਿਆਣਕਾਰੀ ਹਾਂ। ਦੂਜੇ ਪਾਸੇ ਛੋਟੀ ਜਿਹੀ ਪਰਿਸਥਿਤੀ ਤੇ ਵਿਜੇ ਨਹੀਂ ਪ੍ਰਾਪਤ ਕਰ ਸਕਦੇ। ਹੈ ਤਾਂ ਮਾਸਟਰ ਸਰਵ ਸ਼ਕਤੀਵਾਨ, ਲੇਕਿਨ ਇਹ ਪਰਿਸਥਿਤੀ ਬਹੁਤ ਵੱਡੀ ਹੈ। ਇਹ ਗੱਲ ਹੀ ਅਜਿਹੀ ਹੈ ਤਾਂ ਕਿ ਇਹ ਨਿਸ਼ਚੈ ਹੈ ਕਿ ਸਿਰਫ ਜਾਣਨਾ ਹੈ ਪਰ ਮੰਨ ਕੇ ਚੱਲਣਾ ਨਹੀਂ। ਕਹਿੰਦੇ ਜਾਂ ਸੋਚਦੇ ਹੈ ਕਿ ਮੈਂ ਵਿਸ਼ਵ ਕਲਿਆਣਕਾਰੀ ਹਾਂ, ਲੇਕਿਨ ਵਿਸ਼ਵ ਨੂੰ ਤੇ ਛੱਡੋ, ਖੁਦ ਦੇ ਕਲਿਆਣ ਵਿੱਚ ਵੀ ਕਮਜ਼ੋਰ ਹੁੰਦੇ ਹੈ। ਜੇਕਰ ਉਸ ਵੇਲੇ ਉਹਨਾਂ ਨੂੰ ਕਹੋ ਕਿ ਖੁਦ ਨੂੰ ਪਰਿਵਰਤਨ ਕਰ, ਖੁਦ ਦੇ ਕਲਿਆਣਕਾਰੀ ਨਹੀਂ ਬਣ ਸਕਦੇ, ਤਾਂ ਜਵਾਬ ਦਿੰਦੇ ਹੈ ਕਿ ਹਾਂ ਤਾਂ ਵਿਸ਼ਵ ਕਲਿਆਣਕਾਰੀ, ਪਰ ਖੁਦ ਦਾ ਕਲਿਆਣ ਬਹੁਤ ਮੁਸ਼ਕਿਲ ਹੈ। ਇਹ ਗੱਲ ਬਦਲਣਾ ਮੁਸ਼ਕਿਲ ਹੈ ਤਾਂ ਵਿਸ਼ਵ ਕਲਿਆਣਕਾਰੀ ਕਹੋਗੇ ਜਾਂ ਕਮਜ਼ੋਰ। ਤਾਂ ਖੁਦ ਵਿੱਚ ਵੀ ਪਰਿਸਥਿਤੀ ਪ੍ਰਮਾਣ, ਸਮੇਂ ਪ੍ਰਮਾਣ, ਸੰਬੰਧ ਸੰਪਰਕ ਪ੍ਰਮਾਣ ਸਭ ਰੂਪ ਵਿੱਚ ਆਏ ਅਜਿਹੇ ਨਿਸ਼ਚੈ ਬੁੱਧੀ ਦੀ ਵਿਜੇ ਹੋਈ ਹੀ ਪਈ ਹੈ। ਜਿਵੇਂ ਸਭ ਨੂੰ ਪੱਕਾ ਨਿਸ਼ਚੈ ਹੈ ਕਿ ਮੈਂ ਸ੍ਰੇਸ਼ਟ ਆਤਮਾ ਹਾਂ, ਇਸ ਦੇ ਲਈ ਕੋਈ ਦੁਨੀਆ ਦੇ ਵਿਗਿਆਨਿਕ ਵੀ ਤੁਹਾਨੂੰ ਹਿਲਾਉਣ ਦੀ ਕੋਸ਼ਿਸ਼ ਕਰਨ
ਕਿ ਤੁਸੀਂ ਆਤਮਾ ਨਹੀਂ ਸਰੀਰ ਹੈ, ਤਾਂ ਮੰਨੋਗੇ ਨਹੀਂ, ਹੋਰ ਹੀ ਉਸ ਨੂੰ ਮਨਾਓਗੇ। ਤਾਂ ਜਿਵੇਂ ਇਹ ਪੱਕਾ ਹੈ ਕਿ ਮੈਂ ਸਰੀਰ ਨਹੀਂ ਹਾਂ, ਮੈਂ ਆਤਮਾ ਹਾਂ, ਅਤੇ ਕਿਹੜੀ ਆਤਮਾ ਹਾਂ ਇਹ ਵੀ ਪੱਕਾ ਹੈ। ਅਜਿਹੇ ਨਿਸ਼ਚੈ ਬੁੱਧੀ ਵੀ ਵਿਜੇ ਵੀ ਇਤਨੀ ਨਿਸ਼ਚਿਤ ਹੈ। ਹਾਰ ਅਸੰਭਵ ਹੈ ਅਤੇ ਵਿਜੇ ਨਿਸ਼ਚਿਤ ਹੈ, ਅਤੇ ਇਹ ਵੀ ਨਿਸ਼ਚਿਤ ਹੈ ਕਿ ਗੱਲਾਂ ਵੀ ਅੰਤ ਤੱਕ ਆਉਣਗੀਆਂ, ਲੇਕਿਨ ਉਸ ਵਿੱਚ ਵਿਜੇਈ ਬਣਨ ਦੇ ਲਈ ਇੱਕ ਹੀ ਸਮੇਂ ਤੇ ਚਾਰੋਂ ਹੀ ਪਾਸੇ ਦਾ ਨਿਸ਼ਚੈ ਪੱਕਾ ਚਾਹੀਦਾ ਹੈ। 3 ਵਿੱਚ ਨਿਸ਼ਚੈ ਹੈ ਅਤੇ 1 ਵਿੱਚ ਨਹੀਂ ਹੈ ਤਾਂ ਵਿਜੇ ਨਿਸ਼ਚਿਤ ਨਹੀਂ ਹੈ, ਲੇਕਿਨ ਮਿਹਨਤ ਨਾਲ ਵਿਜੇ ਹੋਵੇਗੀ। ਨਿਸ਼ਚਿਤ ਵਿਜੇ ਵਾਲੇ ਨੂੰ ਮਿਹਨਤ ਨਹੀਂ ਕਰਨੀ ਪਏਗੀ। ਕਈ ਵਾਰ ਕਈ ਕਹਿੰਦੇ ਹੈ ਬਾਪ ਦਾਦਾ ਤਾਂ ਬਹੁਤ ਚੰਗਾ ਹੈ, ਉਹ ਤਾਂ ਪੱਕਾ ਹੈ ਕਿ ਬਾਪ ਹੈ ਅਤੇ ਅਸੀਂ ਬੱਚੇ ਹਾਂ, ਸਾਡਾ ਬਾਪ ਨਾਲ ਹੀ ਸੰਬੰਧ ਹੈ। ਪਰ ਦੈਵੀ ਪਰਿਵਾਰ ਵਿੱਚ ਖਿੱਟ-ਪਿੱਟ ਹੁੰਦੀ ਹੈ, ਉਹਨਾਂ ਵਿੱਚ ਨਿਸ਼ਚੈ ਡਗਮਗ ਹੋ ਜਾਂਦਾ ਹੈ, ਇਸ ਲਈ ਪਰਿਵਾਰ ਨੂੰ ਛੱਡ ਦਿੰਦੇ ਹੈ, ਹਲਕਾ ਕਰ ਦਿੰਦੇ ਹੈ। ਤਾਂ ਇੱਕ ਸਾਈਡ ਢਿੱਲਾ ਹੋ ਗਿਆ ਨਾ। ਬਿਨਾਂ ਪਰਿਵਾਰ ਦੇ ਮਾਲਾ ਵਿੱਚ ਕਿਵੇਂ ਆਉਣਗੇ? ਮਾਲਾ ਕਦੋਂ ਬਣਦੀ ਹੈ? ਜਦੋਂ ਦਾਣੇ ਨਾਲ ਮਿਲਦਾ ਹੈ ਅਤੇ ਇੱਕ ਹੀ ਧਾਗੇ ਵਿੱਚ ਪਿਰੋਏ ਹੋਏ ਹੁੰਦੇ ਹੈ। ਜੇਕਰ ਵੱਖ-ਵੱਖ ਧਾਗੇ ਵਿੱਚ ਵੱਖ-ਵੱਖ ਦਾਣਾ ਹੋਵੇ ਤਾਂ ਉਹਨਾਂ ਨੂੰ ਮਾਲਾ ਨਹੀਂ ਕਹਾਂਗੇ, ਤਾਂ ਪਰਿਵਾਰ ਹੈ ਮਾਲਾ। ਜੇਕਰ ਪਰਿਵਾਰ ਨੂੰ ਛੱਡ ਕੇ 3 ਨਿਸ਼ਚੇ ਪੱਕੇ ਹੈ ਤਾਂ ਵੀ ਵਿਜੇ ਨਿਸ਼ਚਿਤ ਨਹੀਂ ਹੈ। ਚਲੋ ਪਰਿਵਾਰ ਦੀ ਖਿੱਟ-ਪਿੱਟ ਤੋਂ ਕਿਨਾਰਾ ਕਰ ਲਵੋ। ਬਾਪ ਦਾ ਸਹਾਰਾ ਹੈ, ਪਰਿਵਾਰ ਦਾ ਕਿਨਾਰਾ ਹੈ ਤਾਂ ਚੱਲੇਗਾ। ਕੰਮ ਤਾਂ ਬਾਪ ਨਾਲ ਹੈ ਜਾਂ ਭਰਾਵਾਂ ਨਾਲ ਹੈ। ਬਾਪ ਨਾਲ ਕੰਮ ਹੈ, ਵਰਸਾ ਬਾਪ ਕੋਲੋਂ ਮਿਲਣਾ ਹੈ, ਭਰਾ ਭੈਣਾਂ ਕੋਲੋਂ ਵੀ ਕੀ ਮਿਲੇਗਾ। ਪਰ ਬਾਪ ਬ੍ਰਾਹਮਣ ਜੀਵਨ ਵਿੱਚ ਇਹ ਹੀ ਨਿਆਰਾਪਨ ਹੈ ਕਿ ਧਰਮ ਅਤੇ ਰਾਜ ਦੋਵਾਂ ਦੀ ਸਥਾਪਨਾ ਹੁੰਦੀ ਹੈ, ਸਿਰਫ ਧਰਮ ਦੀ ਨਹੀਂ, ਅਤੇ ਧਰਮ ਪਿਤਾ ਸਿਰਫ ਧਰਮ ਦੀ ਸਥਾਪਨਾ ਕਰਦੇ ਹੈ। ਬਾਪ ਦੀ ਵਿਸ਼ੇਸ਼ਤਾ ਹੈ ਧਰਮ ਅਤੇ ਰਾਜ ਦੀ ਸਥਾਪਨਾ ਕਰਨਾ। ਤਾਂ ਰਾਜ ਵਿੱਚ ਇੱਕ ਰਾਜਾ ਕੀ ਕਰੇਗਾ? ਬਹੁਤ ਚੰਗਾ ਤਖਤ ਵੀ ਹੋਵੇ, ਤਾਜ ਵੀ ਹੋਵੇ, ਕੀ ਕਰਾਂਗੇ? ਰਾਜਧਾਨੀ ਵੀ ਚਾਹੀਦੀ ਹੈ। ਤਾਂ ਰਾਜਧਾਨੀ ਮਤਲਬ ਬ੍ਰਾਹਮਣ ਪਰਿਵਾਰ, ਸੋ ਰਾਜ ਪਰਿਵਾਰ। ਇਸ ਲਈ ਬ੍ਰਾਹਮਣ ਵਿੱਚ ਹਰ ਪਰਿਸਥਿਤੀ ਵਿੱਚ ਨਿਸ਼ਚੈ ਬੁੱਧੀ, ਉਦੋਂ ਰਾਜ ਭਾਗ ਵਿੱਚ ਵੀ ਸਦਾ ਰਾਜ ਅਧਿਕਾਰੀ ਹੋਣਗੇ। ਤਾਂ ਇਵੇਂ ਨਹੀਂ ਸਮਝਣਾ, ਕੋਈ ਗੱਲ ਨਹੀਂ, ਪਰਿਵਾਰ ਨਾਲ ਨਹੀਂ ਬਣਦੀ ਹੈ, ਬਾਪ ਨਾਲ ਤਾਂ ਬਣਦੀ ਹੈ। ਡਰਾਮਾ ਜੇਕਰ ਭੁੱਲ ਜਾਂਦਾ ਹੈ ਤਾਂ ਬਾਪ ਯਾਦ ਰਹਿੰਦਾ ਹੀ ਹੈ। ਪਰ ਕੋਈ ਵੀ ਕਮਜ਼ੋਰੀ ਇੱਕ ਹੀ ਸਮੇਂ ਤੇ ਹੁੰਦੀ ਹੈ। ਸਵੈ ਸਥਿਤੀ ਮਤਲਬ ਸਵੈ ਨਿਸ਼ਚੈ ਵੀ ਜੇਕਰ ਕਮਜ਼ੋਰ ਹੁੰਦਾ ਹੈ ਤਾਂ ਵਿਜੇ ਨਿਸ਼ਚਿਤ ਦੀ ਬਜਾਏ ਹਲਚਲ ਵਿੱਚ ਆ ਜਾਂਦੀ ਹੈ। ਤਾਂ ਬਾਪ ਦਾਦਾ ਨਿਸ਼ਚੈ ਦੇ ਫਾਊਂਡੇਸ਼ਨ ਨੂੰ ਚੈੱਕ ਕਰ ਰਹੇ ਹੈ। ਕੀ ਦੇਖਿਆ? ਸਦਾ 4 ਤਰ੍ਹਾਂ ਦਾ ਨਿਸ਼ਚੈ ਇੱਕ ਸਮੇਂ ਤੇ ਨਾਲ ਨਹੀਂ ਰਹਿੰਦਾ, ਕਦੀ ਰਹਿੰਦਾ ਕਦੀ ਹਿਲਦਾ, ਇਸ ਲਈ ਸਦਾ ਵਿਜੇ ਦਾ ਅਨੁਭਵ ਨਹੀਂ ਕਰ ਪਾਉਂਦੇ ਹੈ। ਫਿਰ ਸੋਚਦੇ ਹੈ ਹੋਣਾ ਤੇ ਇਹ ਚਾਹੀਦਾ ਹੈ, ਪਰ ਪਤਾ ਨਹੀਂ ਕਿਉਂ ਨਹੀਂ ਹੋਇਆ। ਕੀਤੀ ਤਾਂ ਬਹੁਤ ਮਿਹਨਤ, ਸੋਚਿਆ ਤੇ ਬਹੁਤ ਵਧੀਆ, ਪਰ ਸੋਚਣਾ ਅਤੇ ਹੋਣਾ ਇਸ ਵਿੱਚ ਅੰਤਰ ਪੈ ਜਾਂਦਾ ਹੈ। ਇਸ ਦਾ ਅਰਥ ਹੀ ਹੈ ਨਿਸ਼ਚੈ ਦੇ ਚਾਰੋਂ ਪਾਸੇ ਮਜ਼ਬੂਤ ਨਹੀਂ ਹੈ। ਅਤੇ ਹੱਸੀ ਦੀ ਗੱਲ ਤਾਂ ਇਹ ਹੈ ਕਿ ਡਰਾਮਾ ਵੀ ਕਹਿ ਰਿਹਾ ਹੈ ਤਾਂ ਡਰਾਮਾ ਹੈ, ਤਾਂ ਡਰਾਮਾ ਪਰ ਚੰਗੀ ਤਰ੍ਹਾਂ ਨਾਲ ਹਿਲ ਵੀ ਰਹੇ ਹੈ। ਕਦੀ ਸੰਕਲਪ ਵਿੱਚ ਹਿਲਦੇ, ਕਦੀ ਬੋਲ ਤੱਕ ਵੀ ਹਿਲ ਜਾਂਦੇ, ਕਦੀ ਕਰਮ ਤੱਕ ਵੀ ਹਿਲ ਜਾਂਦੇ। ਉਸ ਸਮੇਂ ਕੀ ਲੱਗਦਾ ਹੋਵੇਗਾ? ਦ੍ਰਿਸ਼ ਸਾਹਮਣੇ ਲਿਆਓ। ਡਰਾਮਾ ਵੀ ਕਹਿ ਰਹੇ ਹੈ ਅਤੇ ਹਿਲ ਡੁਲ ਵੀ ਰਹੇ ਹੈ, ਪਰ ਨਿਸ਼ਚੈ ਬੁੱਧੀ ਦੀ ਨਿਸ਼ਾਨੀ ਹੈ ਨਿਸ਼ਚਿੰਤ ਵਿਜੇ। ਜੇਕਰ ਵਿਧੀ ਠੀਕ ਹੈ ਤਾਂ ਸਿੱਧੀ ਪ੍ਰਾਪਤ ਨਾ ਹੋਵੇ, ਇਹ ਹੋ ਨਹੀਂ ਸਕਦਾ। ਤਾਂ ਜਦੋਂ ਕਿਸੇ ਵੀ ਕੰਮ ਵਿੱਚ ਵਿਜੇ ਪ੍ਰਾਪਤ ਨਹੀਂ ਹੁੰਦੀ ਹੈ ਤਾਂ ਸਮਝ ਲਓ ਕਿ ਨਿਸ਼ਚੈ ਦੀ ਕਮੀ ਹੈ। ਚਾਰੋਂ ਪਾਸੇ ਚੈੱਕ ਕਰੋ, ਇੱਕ ਪਾਸੇ ਨਹੀਂ। ਗੱਲ ਹੋਰ ਨਿਸ਼ਚੈ ਬੁੱਧੀ ਦੀ ਨਿਸ਼ਾਨੀ ਜਿਵੇਂ ਨਿਸ਼ਚਿੰਤ ਵਿਜੇ ਹੈ, ਉਵੇਂ ਨਿਸ਼ਚਿੰਤ ਹੋਣਗੇ। ਕੋਈ ਵੀ ਵਿਅਰਥ ਚਿੰਤਨ ਆ ਹੀ ਨਹੀਂ ਸਕਦਾ, ਸਿਵਾਏ ਸ਼ੁਭ ਚਿੰਤਨ ਦੇ ਵਿਅਰਥ ਦਾ ਨਾਮ ਨਿਸ਼ਾਨ ਨਹੀਂ ਹੋਵੇਗਾ। ਇਵੇਂ ਨਹੀਂ ਵਿਅਰਥ ਆਇਆ ਭਜਾਇਆ, ਨਿਸ਼ਚੈ ਬੁੱਧੀ ਦੇ ਅੱਗੇ ਵਿਅਰਥ ਆ ਨਹੀਂ ਸਕਦਾ, ਕਿਉਂਕਿ
ਅਤੇ ਕਿਵੇਂ, ਕਿਉਂ, ਕੀ ਅਤੇ ਕਿਵੇਂ ਇਹ ਵਿਅਰਥ ਹੁੰਦਾ ਹੈ। ਜਦੋਂ ਡਰਾਮੇ ਦੇ ਰਾਜ ਨੂੰ ਜਾਣਦੇ ਹੈ, ਆਦਿ ਮੱਧ ਅੰਤ ਨੂੰ ਜਾਣਨ ਵਾਲੇ ਹੈ, ਤਾਂ ਜੋ ਡਰਾਮੇ ਦੇ ਆਦਿ ਮੱਧ ਅੰਤ ਨੂੰ ਜਾਣਨ ਵਾਲੇ ਹੈ, ਉਹ ਛੋਟੀ ਜਿਹੀ ਗੱਲ ਤੇ ਆਦਿ ਮੱਧ ਅੰਤ ਨੂੰ ਨਹੀਂ ਜਾਣ ਸਕਦੇ। ਨਾ ਜਾਣਨ ਦੇ ਕਾਰਨ ਕਿਉਂ, ਕੀ, ਕਿਵੇਂ, ਇਵੇਂ ਇਹ ਵਿਅਰਥ ਸੰਕਲਪ ਚੱਲਦੇ ਹੈ। ਜੇਕਰ ਡਰਾਮੇ ਵਿੱਚ ਅਟਲ ਨਿਸ਼ਚੈ ਹੈ, ਨੌਲੇਜਫੁਲ ਵੀ ਹੈ, ਪਾਵਰਫੁਲ ਵੀ ਹੈ, ਤਾਂ ਵਿਅਰਥ ਸੰਕਲਪ ਹਿਲਾਉਣ ਦੀ ਹਿੰਮਤ ਵੀ ਨਹੀਂ ਰੱਖ ਸਕਦੇ। ਪਰ ਜਦੋਂ ਹਿਲਦੇ ਹੈ ਤਾਂ ਸੋਚਦੇ ਹੈ ਪਤਾ ਨਹੀਂ ਕੀ ਹੋ ਗਿਆ, ਤਾਂ ਬਾਪ ਦਾਦਾ ਹੱਸਦੇ ਹੈ ਕਿ ਡਰਾਮੇ ਦੇ ਆਦਿ ਮੱਧ ਅੰਤ ਨੂੰ ਜਾਣ ਲਿਆ, ਆਪਣੇ 84 ਜਨਮਾਂ ਨੂੰ ਜਾਣ ਲਿਆ ਅਤੇ ਇੱਕ ਗੱਲ ਨੂੰ ਨਹੀਂ ਜਾਣਦੇ। ਬੜੇ ਹੁਸ਼ਿਆਰ ਹੈ, ਹੁਸ਼ਿਆਰੀ ਦਿਖਾਉਂਦੇ ਹੋ ਨਾ। ਸਮੇਂ ਪ੍ਰਤੀ ਸਮੇਂ ਕਲਪ ਬ੍ਰਿਖ ਦੇ ਸਭ ਪੱਤਿਆਂ ਨੂੰ ਜਾਣਦੇ ਹੈ ਕਿ ਨਹੀਂ। ਬ੍ਰਿਖ ਦੇ ਫਾਊਂਡੇਸ਼ਨ ਵਿੱਚ ਬੈਠੇ ਹੋ ਜਾਂ 7-8 ਬੈਠੇ ਹੈ, ਤਾਂ ਜੜ ਵਿੱਚ ਬੈਠੇ ਹੋਏ ਬ੍ਰਿਖ ਨੂੰ ਜਾਣਦੇ ਹੋ, ਪੱਤੇ ਪੱਤੇ ਨੂੰ ਜਾਣਦੇ ਹੋ ਅਤੇ ਇਹ ਪਤਾ ਨਹੀਂ ਕਿਵੇਂ, ਤਾਂ ਨਿਸ਼ਚੈ ਦੀ ਨਿਸ਼ਾਨੀਆਂ, ਨਿਸ਼ਚਿਤ ਸਥਿਤੀ, ਇਸ ਦਾ ਅਨੁਭਵ ਕਰੋ। ਹੋਵੇਗਾ, ਨਹੀਂ ਹੋਵੇਗਾ, ਕੀ ਹੋਵੇਗਾ, ਕਰ ਤਾਂ ਰਹੇ ਹਾਂ, ਦੇਖੋ ਕੀ ਹੁੰਦਾ ਹੈ। ਇਸ ਨੂੰ ਨਿਸ਼ਚਿੰਤ ਨਹੀਂ ਕਹਾਂਗੇ। ਅਤੇ ਫਿਰ ਬਾਪ ਦੇ ਅੱਗੇ ਹੀ ਫਰਿਆਦ ਕਰਦੇ ਹੈ, ਤੁਸੀਂ ਮਦਦਗਾਰ ਹੋ ਨਾ, ਤੁਸੀਂ ਰਖਵਾਲੇ ਹੋ ਨਾ, ਤੁਸੀਂ ਇਹ ਹੋ ਨਾ, ਤੁਸੀਂ ਇਹ ਹੋ ਨਾ। ਫਰਿਆਦ ਕਰਨਾ ਮਤਲਬ ਅਧਿਕਾਰ ਗਵਾਉਣਾ। ਅਧਿਕਾਰੀ ਫਰਿਆਦ ਨਹੀਂ ਕਰਨਗੇ, ਇਹ ਕਰ ਲੋ ਨਾ, ਇਹ ਹੋ ਜਾਏ ਨਾ। ਤਾਂ ਨਿਸ਼ਚੈ ਬੁੱਧੀ ਮਤਲਬ ਨਿਸ਼ਚਿੰਤ। ਤਾਂ ਇਹ ਪ੍ਰੈਕਟੀਕਲ ਨਿਸ਼ਾਨੀਆਂ ਆਪਣੇ ਆਪ ਵਿੱਚ ਚੈੱਕ ਕਰੋ। ਇਵੇਂ ਅਲਵੇਲੇ ਨਹੀਂ ਰਹਿ ਜਾਣਾ। ਅਸੀਂ ਤਾਂ ਹਾਂ ਹੀ ਨਿਸ਼ਚੈ ਬੁੱਧੀ। ਕਿਹੜਾ ਨਿਸ਼ਚੈ ਕਮਜ਼ੋਰ ਹੈ ਉਹ ਚੈੱਕ ਕਰੋ ਅਤੇ ਚੇਂਜ ਕਰੋ। ਸਿਰਫ ਚੈੱਕ ਨਹੀਂ ਕਰਨਾ। ਬਾਪ ਦਾਦਾ ਨੇ ਕਿਹਾ ਸੀ ਨਾ, ਚੈੱਕਰ ਦੇ ਨਾਲ ਮੇਕਰ ਵੀ ਹੈ, ਸਿਰਫ ਚੈੱਕਰ ਨਹੀਂ। ਚੈੱਕ ਕਰਨ ਦਾ ਅਰਥ ਹੀ ਹੈ ਸੈਕਿੰਡ ਵਿੱਚ ਚੇਂਜ ਹੋਣਾ। ਲੇਕਿਨ ਚੈੱਕ ਕਰੋ ਅਤੇ ਚੇਂਜ ਨਹੀਂ ਕਰੋ ਤਾਂ ਬਹੁਤ ਕਾਲ ਤੋਂ ਖੁਦ ਵਿੱਚ ਦਿਲ ਸਿਕਸ਼ਤ ਦੇ ਸੰਸਕਾਰ ਪੱਕੇ ਹੁੰਦੇ ਜਾਣਗੇ ਅਤੇ ਜੋ ਬਹੁਤ ਕਾਲ ਦੇ ਸੰਸਕਾਰ ਹੈ ਉਹੀ ਅੰਤ ਵਿੱਚ ਜ਼ਰੂਰ ਸਾਹਮਣਾ ਕਰਦੇ ਰਹਿਣਗੇ। ਕਈ ਸੋਚੇ ਅੰਤ ਵਿੱਚ ਤਾਂ ਮੈਂ ਬਾਪ ਦੇ ਸਿਵਾਏ ਹੋਰ ਕੁਝ ਨਹੀਂ ਸੋਚਾਂਗਾ, ਪਰ ਹੋ ਨਹੀਂ ਸਕਦਾ। ਬਹੁਤ ਕਾਲ ਦਾ ਅਭਿਆਸ ਚਾਹੀਦਾ ਹੈ, ਨਹੀਂ ਤਾਂ 1 ਸੈਕਿੰਡ ਸੋਚਣਗੇ ਸ਼ਿਬਾਵਾ 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 ਅਤੇ ਦੂਸਰੇ ਸੈਕਿੰਡ ਮਾਇਆ ਕਹੇਗੀ ਨਹੀਂ, ਤੁਹਾਡੇ ਵਿੱਚ ਸ਼ਕਤੀ ਨਹੀਂ ਹੈ, ਤੁਸੀਂ ਹੋ ਹੀ ਕਮਜ਼ੋਰ, ਤਾਂ ਜੁੱਧ ਚਲਦੀ ਰਹੇਗੀ। ਜੇਕਰ ਨਿਸ਼ਚਿੰਤ ਨਹੀਂ ਹੋਗੇ ਤਾਂ ਬ੍ਰਾਹਮਣ ਜੀਵਨ ਦੇ ਅੰਤ ਕਾਲ ਦਾ ਜੋ ਲਕਸ਼ ਵਰਣ ਕਰਦੇ ਹੈ ਉਹ ਸਹਿਜ ਕਿਵੇਂ ਹੋਵੇਗਾ। ਅਤੇ ਜੇਕਰ ਅੰਤ ਤੱਕ ਇਹ ਵਿਅਰਥ ਸੰਕਲਪ ਹੋਣਗੇ ਤਾਂ ਉਹ ਹੀ ਭੂਤ ਹੁੰਦੇ ਜਮਦੂਤ ਦੇ ਰੂਪ ਵਿੱਚ ਆਉਣਗੇ। ਹੋਰ ਕੋਈ ਜਮਦੂਤ ਨਹੀਂ ਆਉਂਦੇ ਹੈ। ਇਹ ਵਿਅਰਥ ਸੰਕਲਪ ਆਪਣੀ ਕਮਜ਼ੋਰੀਆਂ ਇਹ ਹੀ ਜਮਦੂਤ ਦੇ ਰੂਪ ਵਿੱਚ ਆਉਂਦੇ ਹੈ। ਜਮਦੂਤ ਕੀ ਕਰਦੇ ਹੈ? ਡਰਾਉਂਦੇ ਹੈ ਅਤੇ ਦੂਸਰੇ ਦੇ ਲਈ ਕਹਿਣਗੇ ਵਿਮਾਨ ਵਿੱਚ ਜਾਣਗੇ, ਮਤਲਬ ਉੜਦੀ ਕਲਾ ਨਾਲ ਪਾਰ ਹੋ ਜਾਣਗੇ। ਕੋਈ ਵਿਮਾਨ ਆਦਿ ਨਹੀਂ ਹੈ ਪਰ ਉੜਦੀ ਕਲਾ ਦਾ ਅਨੁਭਵ ਹੈ। ਇਸ ਲਈ ਪਹਿਲੇ ਤੋਂ ਹੀ ਚੈੱਕ ਕਰਕੇ ਚੇਂਜ ਕਰੋ। ਕਦੋਂ ਤੱਕ ਕਰੋਗੇ? ਬਾਪ ਦਾਦਾ ਨੂੰ ਖੁਸ਼ ਤਾਂ ਕਰ ਦਿੰਦੇ ਹੈ, ਕਰਾਂਗੇ, ਪ੍ਰਤਿਗਿਆ ਵੀ ਲਿਖ ਦਿੰਦੇ ਹੈ, ਪਰ ਉਹ ਕਾਗਜ਼ ਤੱਕ ਰਹਿੰਦੀ ਹੈ ਜਾਂ ਜੀਵਨ ਤੱਕ। ਅੱਛਾ, ਅੱਜ ਮਧੂਬਨ ਨਿਵਾਸੀਆਂ ਦਾ ਵੀ ਟਰਨ ਹੈ। ਮਧੂਬਨ ਵਾਲਿਆਂ ਨਾਲ ਤਾਂ ਵਿਸ਼ੇਸ਼ ਬਾਪ ਦਾਦਾ ਦਾ ਸਨੇਹ ਹੈ, ਸਭ ਨਾਲ ਹੈ, ਫਿਰ ਵੀ ਥੋੜਾ ਜਿਹਾ ਵਿਸ਼ੇਸ਼ ਮਧੂਬਨ ਨਿਵਾਸੀਆਂ ਨਾਲ ਹੈ ਕਿਉਂਕਿ ਨਮਿਤ ਹੈ। ਫਿਰ ਵੀ ਦੇਖੋ, ਤੁਸੀਂ ਆਉਂਦੇ ਹੋ, ਖਾਤਰੀ ਤਾਂ ਠੀਕ ਕਰਦੇ ਹੋ ਨਾ। ਮਧੂਬਨ ਵਾਲੇ ਖਾਤਰੀ ਕਰਨ ਵਿੱਚ ਪਾਸ ਹੈ। ਮਹਿਮਾਨ ਨਿਵਾਜ਼ੀ ਕਰਨਾ ਹੀ ਮਹਾਨਤਾ ਹੈ। ਜਿਸ ਨੂੰ ਮਹਿਮਾਨ ਨਿਵਾਸੀ ਕਰਨਾ ਆਉਂਦਾ ਹੈ ਉਹ ਮਹਾਨ ਹੋ ਹੀ ਜਾਂਦਾ ਹੈ। ਸਿਰਫ ਖਾਣ ਪੀਣ ਨਾਲ ਨਹੀਂ, ਪਰ ਦਿਲ ਦੇ ਸਨੇਹ ਦੀ ਮਹਿਮਾਨ ਨਿਵਾਜ਼ੀ ਉਹ ਸਭ ਤੋਂ ਸ੍ਰੇਸ਼ਟ ਹੈ। ਭਾਵੇਂ ਪਿਕਨਿਕ ਕਿੰਨੀ ਵੀ ਕਰ ਲਵੋ, ਪਰ ਦਿਲ ਦਾ ਸਨੇਹ ਨਹੀਂ ਮਿਲਿਆ ਤਾਂ ਕਹਿਣਗੇ ਕੁਝ ਨਹੀਂ ਮਿਲਿਆ। ਤਾਂ ਮਧੂਬਨ ਵਾਲੇ ਦਿਲ ਦੇ ਸਨੇਹ ਸਹਿਤ ਮਹਿਮਾਨ ਨਵਾਜ਼ੀ ਕਰਦੇ ਹੋ ਨਾ। ਕਿ ਕੋਈ ਥੱਲੇ ਉੱਪਰ ਕਰਨਗੇ ਤਾਂ ਕਹਿਣਗੇ ਬਾਪ ਦਾਦਾ ਨੇ
ਇਵੇਂ ਹੀ ਕਿਹਾ, ਇਵੇਂ ਨਹੀਂ ਕਰਨਾ। ਸਨੇਹ ਦੇ ਸਾਗਰ ਦੇ ਬੱਚੇ ਹੋ ਨਾ, ਕਦੋਂ ਤੱਕ ਸਨੇਹ ਦਵੋਗੇ? ਨਹੀਂ, ਗਾਗਰ ਦੇ ਬੱਚੇ ਨਹੀਂ, ਸਾਗਰ ਦੇ ਬੱਚੇ ਬੇਹੱਦ। ਸਭ ਦੇ ਕੋਲ ਸਨੇਹ ਦਾ ਸਨਾਟਾ, ਸਭ ਦੇ ਕੋਲ ਸਨੇਹ ਦਾ ਸਟਾਕ ਹੈ ਨਾ। ਮਾਤਾਵਾਂ ਦੇ ਕੋਲ ਵੀ ਹੈ, ਕੁਮਾਰੀਆਂ ਦੇ ਕੋਲ ਵੀ ਹੈ, ਪਾਂਡਵਾਂ ਦੇ ਕੋਲ ਵੀ ਹੈ। ਸਾਗਰ ਹੈ ਜਾਂ ਥੋੜਾ ਹੈ, ਤਾਂ ਕਦੀ ਕ੍ਰੋਧ ਤਾਂ ਨਹੀਂ ਕਰਦੇ ਹੋਵਾਂਗੇ ਨਾ। ਜਦੋਂ ਸਨੇਹ ਦੇ ਸਾਗਰ ਹੈ ਤਾਂ ਕ੍ਰੋਧ ਕਿੱਥੋਂ ਤੋਂ ਆਇਆ? ਕਿਸੇ ਦੇ ਸੰਸਕਾਰਾਂ ਨੂੰ ਜਾਣ ਕੇ ਸੈਟਿਸਫਾਈ ਕਰਦੇ ਹੋ ਨਾ, ਭਾਵੇਂ ਉਹ ਰੋਂਗ ਹੈ, ਪਰ ਤੁਸੀਂ ਤਾਂ ਨੌਲੇਜਫੁਲ ਹੋ ਨਾ। ਤੁਸੀਂ ਤਾਂ ਜਾਣਦੇ ਹੋ ਨਾ ਕਿ ਇਹ ਕੀ ਹੈ, ਪਰ ਉਸ ਸਮੇਂ ਕੀ ਕਹਿੰਦੇ ਹੈ, ਇਸ ਨੇ ਇਵੇਂ ਕੀਤਾ ਨਾ, ਇਸ ਲਈ ਅਸੀਂ ਵੀ ਕੀਤਾ। ਰੋਂਗ ਨਾਲ ਰੋਂਗ ਹੋ ਗਿਆ ਤਾਂ ਕੀ ਕਮਾਲ ਕੀਤੀ। ਉਸਨੇ ਰੋਂਗ ਕੀਤਾ ਤੇ ਤੁਸੀਂ ਉਸਦਾ ਰਿਸਪੌਂਡ ਵੀ ਰੋਂਗ ਹੀ ਦਿੱਤਾ। ਕਈ ਕਹਿੰਦੇ ਹੈ ਕ੍ਰੋਧ ਇੱਕ ਵਾਰੀ ਕਰਦਾ ਹਾਂ ਤਾਂ ਕੁਝ ਨਹੀਂ ਹੁੰਦਾ, ਬਾਰ-ਬਾਰ ਕਰਦੇ ਰਹਿੰਦੇ ਹੈ। ਤਾਂ ਜਾਣਦੇ ਹੋ ਕਿ ਇਸ ਦਾ ਸੁਭਾਵ ਹੀ ਕ੍ਰੋਧ ਦਾ ਹੈ, ਤਾਂ ਉਹ ਕ੍ਰੋਧ ਨਹੀਂ ਕਰੇਗਾ ਤਾਂ ਕੀ ਕਰੇਗਾ? ਉਸਦਾ ਕੰਮ ਹੈ ਕ੍ਰੋਧ ਕਰਨਾ ਅਤੇ ਤੁਹਾਡਾ ਕੰਮ ਹੈ ਸਨੇਹ ਦੇਣਾ ਜਾਂ ਕ੍ਰੋਧ ਕਰਨਾ। ਉਹ 10 ਵਾਰੀ ਕਰੇ ਤਾਂ ਤੁਸੀਂ ਇੱਕ ਵਾਰੀ ਤਾਂ ਜਵਾਬ ਦਿਓਗੇ ਨਾ। ਨਹੀਂ ਦੇਵਾਂਗੇ ਤਾਂ ਉਹ 20 ਵਾਰੀ ਕਰੇਗਾ, ਫਿਰ ਕੀ ਕਰੋਗੇ? ਤਾਂ ਇੰਨੀ ਸਹਿਣ ਸ਼ਕਤੀ ਹੈ। ਜਾਂ ਉਸਨੇ 10 ਕੀਤਾ, ਤੁਸੀਂ ਅੱਧਾ ਕੀਤਾ, ਕੋਈ ਹਰਜਾ ਨਹੀਂ। ਉਸਨੇ ਝੂਠ ਬੋਲਿਆ, ਤੁਸੀਂ ਕ੍ਰੋਧ ਕੀਤਾ, ਤਾਂ ਕੀ ਠੀਕ ਹੋਇਆ? ਫਿਰ ਬੜੀ ਬਹਾਦਰੀ ਨਾਲ ਕਹਿੰਦੇ ਹੈ ਝੂਠ ਬੋਲਿਆ ਨਾ, ਇਸ ਲਈ ਕ੍ਰੋਧ ਆ ਗਿਆ। ਪਰ ਝੂਠ ਬੋਲਣਾ ਤਾਂ ਚੰਗਾ ਨਹੀਂ ਲੱਗਿਆ, ਤਾਂ ਕ੍ਰੋਧ ਕਰਨਾ ਚੰਗਾ ਹੈ। ਤਾਂ ਸਨੇਹ ਦੇ ਸਾਗਰ ਦੇ ਮਾਸਟਰ, ਸਨੇਹ ਦੇ ਸਾਗਰ ਮਾਸਟਰ, ਸਨੇਹ ਦੇ ਸਾਗਰ ਦੇ ਨੈਣ ਚੈਨ ਬ੍ਰਿਤੀ ਦ੍ਰਿਸ਼ਟੀ ਵਿੱਚ ਜਰਾ ਵੀ ਹੋਰ ਕੋਈ ਭਾਵ ਨਹੀਂ ਆ ਸਕਦਾ। ਜੇਕਰ ਥੋੜਾ ਥੋੜਾ ਜੋਸ਼ ਆ ਗਿਆ ਤਾਂ ਉਸਨੂੰ ਸਨੇਹ ਦਾ ਸਾਗਰ ਕਹਾਂਗੇ ਕਿ ਲੁੱਟਾ ਹੈ। ਭਾਵੇਂ ਕੁਛ ਵੀ ਹੋ ਜਾਵੇ, ਸਾਰੀ ਦੁਨੀਆ ਕਿਉਂ ਨਹੀਂ ਤੁਹਾਡੇ ਤੇ ਕ੍ਰੋਧ ਕਰੇ, ਲੇਕਿਨ ਮਾਸਟਰ ਸਨੇਹ ਦੇ ਸਾਗਰ ਦੁਨੀਆ ਦੀ ਪਰਵਾਹ ਨਹੀਂ ਕਰਨਗੇ। ਬੇਪਰਵਾਹ ਬਾਦਸ਼ਾਹ ਹੈ। ਜੋ ਬੇਪਰਵਾਹ ਸੀ ਉਹ ਪਾ ਲਿਆ। ਹੁਣ ਇਨ੍ਹਾਂ ਵਿਅਰਥ ਗੱਲਾਂ ਤੋਂ ਬੇਪਰਵਾਹ ਬਾਦਸ਼ਾਹ, ਚੈਕਿੰਗ ਕੀ ਪਰਵਾਹ ਕਰੋ, ਚੇਂਜ ਹੋਣ ਦੀ ਪਰਵਾਹ ਕਰੋ, ਲੇਕਿਨ ਵਿਅਰਥ ਵਿੱਚ ਬੇਪਰਵਾਹ ਕਰ ਸਕਦੇ ਹੋ ਕਿ ਬੱਚਾ, ਪੋਤਰਾ, ਪੋਤਰੇ, ਪੋਤਰੀਆਂ ਥੋੜਾ ਜਿਹਾ ਕ੍ਰੋਧ ਕਰੇਗਾ, ਥੋੜਾ ਜਿਹਾ ਹੇਠਾਂ ਉੱਪਰ ਕਰੇਗਾ ਤਾਂ ਸਨੇਹ ਦੀ ਬਜਾਏ ਹੋਰ ਭਾਵਨਾ ਵੀ ਆ ਜਾਏਗੀ। ਦਫ਼ਤਰ ਵਿੱਚ ਜਾਵਾਂਗੇ, ਬਿਜ਼ਨਸ ਵਿੱਚ ਜਾਵਾਂਗੇ, ਨੌਕਰ ਅਜਿਹੇ ਮਿਲ ਜਾਵੇਗਾ, ਵਾਯੂਮੰਡਲ ਅਜਿਹਾ ਮਿਲ ਜਾਵੇਗਾ, ਲੇਕਿਨ ਵਿਅਰਥ ਤੋਂ ਬੇਪਰਵਾਹ ਬਾਦਸ਼ਾਹ, ਸਮਰਥ ਤੋਂ ਬੇਪਰਵਾਹ ਨਹੀਂ ਹੋਣਾ। ਕਈ ਉਲਟਾ ਵੀ ਉਠਾ ਲੈਂਦੇ ਹੈ। ਜਿੱਥੇ ਮਰਿਆਦਾ ਹੋਵੇਗੀ ਉੱਥੇ ਕਹਿਣਗੇ ਬਾਪ ਦਾਦਾ ਨੇ ਕਿਹਾ ਨਾ ਕਿ ਬੇਪਰਵਾਹ ਬਾਦਸ਼ਾਹ ਬਣ ਜਾਓ, ਲੇਕਿਨ ਮਰਿਆਦਾ ਵਿੱਚ ਬੇਪਰਵਾਹ ਨਹੀਂ। ਤੁਹਾਡਾ ਟਾਈਟਲ ਹੈ ਮਰਿਆਦਾ ਪੁਰਸ਼ੋਤਮ। ਇਹ ਮਰਿਆਦਾਵਾਂ ਹੀ ਬ੍ਰਾਹਮਣ ਜੀਵਨ ਦੇ ਕਦਮ ਹੈ। ਜੇਕਰ ਕਦਮ ਤੇ ਕਦਮ ਨਹੀਂ ਰੱਖਿਆ ਤਾਂ ਮੰਜ਼ਿਲ ਕਿਵੇਂ ਮਿਲੇਗੀ? ਬ੍ਰਹਮਾ ਬਾਪ ਦੇ ਕਦਮ ਤੇ ਕਦਮ ਰੱਖੋ ਤਾਂ ਇਹ ਮਰਿਆਦਾ ਹੀ ਕਦਮ ਹੈ। ਜੇਕਰ ਇਸ ਕਦਮ ਵਿੱਚ ਜਰਾ ਵੀ ਹੇਠ ਉੱਪਰ ਹੁੰਦਾ ਹੈ ਤਾਂ ਮੰਜ਼ਿਲ ਤੋਂ ਦੂਰ ਹੋ ਜਾਂਦੇ ਹੈ ਅਤੇ ਫਿਰ ਮਿਹਨਤ ਕਰਨੀ ਪੈਂਦੀ ਹੈ। ਅਤੇ ਬਾਪ ਦਾਦਾ ਨੂੰ ਬੱਚਿਆਂ ਦੀ ਮਿਹਨਤ ਚੰਗੀ ਨਹੀਂ ਲੱਗਦੀ। ਕਹਿੰਦੇ ਹੈ ਸਹਿਜ ਜੋਗੀ ਅਤੇ ਕਰਦੇ ਹੈ ਮਿਹਨਤ ਤਾਂ ਚੰਗਾ ਲੱਗਦਾ ਹੈ ਕਿ ਅੱਛਾ ਬਾਪ ਦਾਦਾ ਨੇ ਡਰਿਲ ਕਰਵਾਈ। ਚਾਰੇ ਪਾਸੇ ਦੇ ਸਰਵ ਨਿਸ਼ਚੈ ਬੁੱਧੀ ਸ੍ਰੇਸ਼ਟ ਆਤਮਾਵਾਂ ਸਦਾ ਨਿਸ਼ਚਿਤ ਵਿਜਈ ਆਤਮਾਵਾਂ ਸਦਾ ਨਿਸ਼ਚਿੰਤ ਆਤਮਾਵਾਂ ਸਦਾ ਸ੍ਰੇਸ਼ਟ ਵਿਧੀ ਦੁਆਰਾ ਵਿਧੀ ਕਰਨ ਦੇ ਨਿਮਿਤ ਬਣਨ ਵਾਲੀ ਵਿਸ਼ੇਸ਼ ਆਤਮਾਵਾਂ ਸਦਾ ਇੱਕ ਬਾਪ, ਇੱਕ ਬਲ, ਇੱਕ ਭਰੋਸੇ ਵਿੱਚ ਅਚਲ ਅਡੋਲ ਰਹਿਣ ਵਾਲੇ ਸਮੀਪ ਆਤਮਾਵਾਂ ਨੂੰ ਬਾਪ ਦਾਦਾ ਦਾ ਯਾਦ, ਪਿਆਰ ਅਤੇ ਨਮਸਤੇ। ਅੱਜ ਦਾ ਵਰਦਾਨ ਹੈ ਦਿਲ ਦੇ ਸਨੇਹ ਅਤੇ ਸੰਬੰਧ ਦੇ ਆਧਾਰ ਤੇ ਸਮੀਪਤਾ ਦਾ ਅਨੁਭਵ ਕਰਨ ਵਾਲੇ ਨਿਰੰਤਰ ਯੋਗੀ ਭਵ।
ਦਿਲ ਦੇ ਸਨੇਹ ਅਤੇ ਸੰਬੰਧ ਦੇ ਆਧਾਰ ਤੇ ਸਮੀਪਤਾ ਦਾ ਅਨੁਭਵ ਕਰਨ ਵਾਲੇ ਨਿਰੰਤਰ ਯੋਗੀ ਭਵ। ਆਜ ਬਾਪ ਦਾਦਾ ਆਖਦੇ ਨੇ, ਬ੍ਰਾਹਮਣ ਆਤਮਾਵਾਂ ਵਿੱਚ ਕੋਈ ਦਿਲ ਦੇ ਸਨੇਹ ਸੰਬੰਧ ਨਾਲ ਯਾਦ ਕਰਦੇ ਹੈ ਅਤੇ ਕੋਈ ਦਿਮਾਗ ਮਤਲਬ ਨੌਲੇਜ ਦੇ ਆਧਾਰ ਤੇ ਸੰਬੰਧ ਨੂੰ ਅਨੁਭਵ ਕਰਨ ਦਾ ਬਾਰ-ਬਾਰ ਪ੍ਰਯਾਸ ਮਾਨਾ ਕੋਸ਼ਿਸ਼ ਕਰਦੇ ਹੈ। ਜਿੱਥੇ ਦਿਲ ਦਾ ਸਨੇਹ ਅਤੇ ਸੰਬੰਧ ਅਤੀ ਪਿਆਰਾ ਮਤਲਬ ਨੇੜੇ ਹੈ, ਉੱਥੇ ਯਾਦ ਭੁੱਲਣਾ ਮੁਸ਼ਕਿਲ ਹੈ। ਜਿਵੇਂ ਸਰੀਰ ਦੇ ਅੰਦਰ ਨਸ-ਨਸ ਵਿੱਚ ਬਲੱਡ ਸਮਾਇਆ ਹੋਇਆ ਹੈ, ਇਵੇਂ ਆਤਮਾ ਵਿੱਚ ਨਿਸ਼ਪਲ ਮਤਲਬ ਹਰ ਪਲ ਯਾਦ ਸਮਾਈ ਹੋਈ ਹੈ। ਇਸ ਨੂੰ ਕਹਿੰਦੇ ਹੈ ਦਿਲ ਦੇ ਸਨੇਹ ਸੰਪੰਨ ਨਿਰੰਤਰ ਯਾਦ। ਸਲੋਗਨ ਅੱਜ ਦਾ, ਨਿਸਵਾਰਥ ਅਤੇ ਨਿਰਵਿਕਲਪ ਸਥਿਤੀ ਨਾਲ ਸੇਵਾ ਕਰੋ ਤਾਂ ਸਫਲਤਾ ਮਿਲੇਗੀ। ਨਿਸਵਾਰਥ ਅਤੇ ਨਿਰਵਿਕਲਪ ਸਥਿਤੀ ਨਾਲ ਸੇਵਾ ਕਰੋ ਤਾਂ ਸਫਲਤਾ ਮਿਲੇਗੀ। ਚੰਗਾ, ਓਮ ਸ਼ਾਂਤੀ।